Students, how are you? Welcome to your botany lecture. बेटा ਆਪਾਂ ਸਟਾਰਟ ਕੀਤਾ ਸੀ ਇਕੋਸਿਸਟਮ। ਉਹ 'ਚ ਆਪਾਂ ਪੜ੍ਹ ਲਿਆ ਸੀਗਾ ਏਬਾਇਓਟਿਕ ਕੰਪੋਨੈਂਟਸ ਪਲੱਸ ਕਿਹੜੇ ਫੈਕਟਰਸ ਇਕੋਸਿਸਟਮ ਨੂੰ ਮੇਨਟੇਨ ਕਰਦੇ ਆ ਜਾਂ ਇਕੋਸਿਸਟਮ ਲਈ ਜ਼ਰੂਰੀ ਆ। ਉਸ ਤੋਂ ਬਾਅਦ 'ਚ ਹੁਣ ਆਪਾਂ ਸਟਾਰਟ ਕਰਦੇ ਹਾਂ ਨੈਕਸਟ ਟੌਪਿਕ, ਜਿਹੜਾ ਇਹਦੇ ਵਿੱਚ ਹੈ ਟ੍ਰੋਫਿਕ ਲੈਵਲਸ। ਹੁਣ ਟ੍ਰੋਫਿਕ ਲੈਵਲਸ ਬੇਟੇ ਆਪਾਂ ਉਹਦੇ ਵਿੱਚ ਪੜ੍ਹਿਆ ਹੀ ਸੀਗਾ ਕਿ ਬਾਇਓਟਿਕ ਔਰ ਏਬਾਇਓਟਿਕ ਕੰਪੋਨੈਂਟਸ ਜਿਹੜੇ ਹੁੰਦੇ ਆ ਉਹਦੇ ਵਿੱਚ ਆਪਾਂ ਪੜ੍ਹਿਆ ਸੀਗਾ ਕਿ ਪਹਿਲਾਂ ਪਲਾਂਟਸ ਆਉਂਦੇ ਆ, ਪਲਾਂਟਸ ਨੂੰ ਪ੍ਰੋਡਿਊਸਰਸ ਕਹਿੰਦੇ ਆ ਕਿਉਂਕਿ ਆਪਣਾ ਫੂਡ ਪ੍ਰਿਪੇਅਰ ਕਰਦੇ ਆ। ਫਿਰ ਇਹਨਾਂ ਨੂੰ ਹਰਬੀਵੋਰਸ ਖਾਂਦੇ ਆ, ਦੈਨ ਕਾਰਨੀਵੋਰਸ ਖਾਂਦੇ ਆ ਪ੍ਰਾਇਮਰੀ, ਫਿਰ ਸੈਕੰਡਰੀ ਕਾਰਨੀਵੋਰਸ, ਫਿਰ ਟੌਪ ਕਾਰਨੀਵੋਰਸ। ਸੋ ਪ੍ਰੋਡਿਊਸਰਸ ਜਿਹੜੇ ਪਲਾਂਟਸ ਆ ਕਿਉਂਕਿ ਆਪਣਾ ਫੂਡ ਪ੍ਰਿਪੇਅਰ ਕਰਦੇ ਆ, ਅਸੀਂ ਪਲਾਂਟਸ 'ਤੇ ਡਿਪੈਂਡੈਂਟ ਆ ਫॉर ਫੂਡ। ਸੋ ਪ੍ਰੋਡਿਊਸਰਸ ਜਿਹੜੇ ਆ ਉਹ ਟ੍ਰੋਪਿਕ 1 ਲੈਵਲ ਆ। ਅਗਰ ਪ੍ਰੋਡਿਊਸਰਸ ਨਾ ਹੁੰਦੇ ਤਾਂ ਹੋ ਸਕਦਾ ਆ ਕਿ ਅਗਲੀ ਜਿਹੜੀ ਫੂਡ ਚੇਨ ਆ ਉਹ ਉੱਥੇ ਹੀ ਖ਼ਤਮ ਹੋ ਜਾਂਦੀ, ਨਾ ਪ੍ਰੋਸੀਡ ਕਰ ਪਾਉਂਦੀ, ਅਤੇ ਲਾਈਫ ਮੇ ਬੀ ਫਿਰ ਡਿਫਰੈਂਟ ਔਰਗੈਨਿਜ਼ਮਸ ਹੁੰਦੇ ਜਾਂ ਡਿਫਰੈਂਟ ਤਰੀਕੇ ਨਾਲ ਲਾਈਫ ਜਿਹੜੀ ਆ ਉਹ ਐਗਜ਼ਿਸਟ ਕਰਦੀ। ਸੋ ਹਰ ਟ੍ਰੋਫਿਕ ਲੈਵਲ ਜਿਹੜਾ ਆ ਆਪਣੇ ਆਪ 'ਚ ਇੰਪੋਰਟੈਂਟ ਆ। ਪ੍ਰੋਡਿਊਸਰਸ ਟ੍ਰੋਫਿਕ ਲੈਵਲ 1, ਉਹਨਾਂ ਨੂੰ ਹਰਬੀਵੋਰਸ ਖਾਂਦੇ ਆ, ਸੋ ਦੇ ਆਰ ਦਾ ਸੈਕਿੰਡ ਟ੍ਰੋਫਿਕ ਲੈਵਲ। ਫਿਰ ਪ੍ਰਾਇਮਰੀ ਕਾਰਨੀਵੋਰਸ ਜਿਹੜੇ ਕਿ ਹਰਬੀਵੋਰਸ ਨੂੰ ਖਾਂਦੇ ਆ, ਉਹ ਹੋ ਗਏ ਥਰਡ ਟ੍ਰੋਫਿਕ ਲੈਵਲ। ਅਤੇ ਜਿਹੜੇ ਪ੍ਰਾਇਮਰੀ ਕਾਰਨੀਵੋਰਸ ਨੂੰ ਸੈਕੰਡਰੀ ਕਾਰਨੀਵੋਰਸ ਖਾਂਦੇ ਆ, ਸੋ ਉਹ ਹੋ ਗਏ ਫੋਰਥ ਟ੍ਰੋਫਿਕ ਲੈਵਲ। ਅਤੇ ਟੌਪ ਕਾਰਨੀਵੋਰਸ ਜਿਹੜੇ ਸੈਕੰਡਰੀ ਨੂੰ ਖਾਂਦੇ ਆ ਉਹਨਾਂ ਨੂੰ ਕਹਿੰਦੇ ਆ ਫਿਫਥ ਟ੍ਰੋਫਿਕ ਲੈਵਲ। ਹੁਣ ਟੌਪ ਕਾਰਨੀਵੋਰਸ ਜਿਹੜੇ ਆ ਇਹਨਾਂ ਨੂੰ ਜਿਹੜੇ ਆ ਸੈਕੰਡਰੀ ਟੌਪ ਕਾਰਨੀਵੋਰਸ ਨੂੰ ਟਰਸ਼ਰੀ ਕਾਰਨੀਵੋਰਸ ਵੀ ਆਪਾਂ ਕਹਿ ਸਕਦੇ ਹਾਂ, ਠੀਕ ਹੈ। ਅਤੇ ਹਰ ਟ੍ਰੋਫਿਕ ਲੈਵਲ 'ਤੇ ਤੁਸੀਂ ਦੇਖੋ ਕਿ ਐਨਰਜੀ ਪ੍ਰੋਡਿਊਸਰਸ ਨੇ ਕੁਛ ਐਨਰਜੀ ਆਪਣੇ ਲਈ ਯੂਜ਼ ਕਰ ਲੈਣੀ ਆ, ਥੋੜ੍ਹੀ ਜਿਹੀ ਸਟੋਰ ਕਰਕੇ ਰੱਖਣੀ ਆ, ਥੋੜ੍ਹੀ ਐਨਰਜੀ ਹਰਬੀਵੋਰਸ ਨੂੰ ਦੇ ਦੇਣੀ ਆ। ਸੇਮ ਵੇ ਹਰਬੀਵੋਰਸ ਨੇ ਖੁਦ ਯੂਜ਼ ਕਰਨੀ ਆ, ਸਟੋਰ ਵੀ ਕਰਕੇ ਰੱਖਣੀ ਆ ਆਪਣੇ ਫਿਊਚਰ ਲਈ ਥੋੜ੍ਹੀ ਜਿਹੀ, ਅਤੇ ਜਿਹੜੀ ਰਿਮੇਨਿੰਗ ਐਨਰਜੀ ਆ ਉਹ ਪ੍ਰਾਇਮਰੀ ਕਾਰਨੀਵੋਰਸ ਨੂੰ ਦੇਣੀ ਆ। ਫਿਰ ਪ੍ਰਾਇਮਰੀ ਨੇ ਸੈਕੰਡਰੀ ਨੇ ਟਰਸ਼ਰੀ ਜਾਂ ਟੌਪ ਕਾਰਨੀਵੋਰਸ ਨੂੰ। ਸੋ ਹਰ ਟ੍ਰੋਫਿਕ ਲੈਵਲ 'ਤੇ ਐਨਰਜੀ ਜਿਹੜੀ ਆ ਮੂਵ ਕਰਦੀ ਆ ਫਰੋਮ ਕਹਿ ਲਓ ਟ੍ਰੋਫਿਕ ਲੈਵਲ 1 ਟ੍ਰੋਫਿਕ ਲੈਵਲ ਟੂ ਅਨਦਰ ਟ੍ਰੋਫਿਕ ਲੈਵਲ। ਤਾਂ ਤੁਸੀਂ ਹੁਣ ਸੀਨੀਅਰ ਕਲਾਸ 'ਚ ਆ ਬੇਟਾ, ਆਹ ਡਾਇਗਰਾਮ ਨਾਲ ਤੁਹਾਨੂੰ ਆਪਣੇ ਆਪ ਹੀ ਕਲੀਅਰ ਹੋ ਜਾਣਾ ਆ ਕਿ ਕਿਵੇਂ ਐਨਰਜੀ ਜਾਂ ਫਿਰ ਕਿਵੇਂ ਜਿਹੜੇ ਟ੍ਰੋਫਿਕ ਲੈਵਲਸ ਆ ਉਹ ਮੇਨਟੇਨ ਰਹਿੰਦੇ ਆ ਜਾਂ ਵਰਕ ਕਰਦੇ ਆ, ਜਾਂ ਕਿਹੜਾ ਫਸਟ ਆ ਅਤੇ ਕਿਹੜਾ ਫਿਫਥ ਟ੍ਰੋਫਿਕ ਲੈਵਲ ਆ। ਤਾਂ ਪਤਾ ਹੀ ਆ ਤੁਹਾਨੂੰ ਕਿ ਪਲਾਂਟਸ ਸਨਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ ਕਲੋਰੋਫਿਲ ਔਰ ਸਨਲਾਈਟ ਜਿਹੜਾ ਆ ਕਲੋਰੋਫਿਲ ਸਨਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ ਫੋਟੋਸਿੰਥੇਸਿਸ ਕਰਦਾ ਆ, ਗਲੂਕੋਜ਼ ਬਣਾਉਂਦਾ ਆ, ਹੈ ਨਾ, ਕਾਰਬਨ ਡਾਈਆਕਸਾਈਡ ਨਿਕਲਦੀ ਆ, ਅਤੇ ਇਹ ਜਿਹੜੇ ਪ੍ਰੋਸੈਸ ਆ ਉਹਨੂੰ ਅਸੀਂ ਕਹਿੰਦੇ ਆ ਫੋਟੋਸਿੰਥੇਸਿਸ ਪ੍ਰੋਸੈਸ। ਹੁਣ ਇਹ ਫੋਟੋਸਿੰਥੇਸਿਸ ਨਾਲ ਹੀ ਜਿਹੜਾ ਟ੍ਰੋਫਿਕ ਲੈਵਲਸ ਆ ਜਾਂ ਐਨਰਜੀ ਫਲੋ ਆ ਜਾਂ ਈਕੋਸਿਸਟਮ ਅਸੀਂ ਕਹਿ ਸਕਦੇ ਹਾਂ ਮੇਨਟੇਨਡ ਆ ਔਨ ਦਾ ਅਰਥ। ਫਿਰ ਬੇਟਾ ਅਸੀਂ ਗੱਲ ਕਰੀਏ ਤਾਂ ਫੂਡ ਚੇਨ ਹੁਣ ਆਪਣੇ ਆਪ 'ਚ ਹੀ ਇੱਕ ਇੰਪੋਰਟੈਂਟ ਟੌਪਿਕ ਆ। ਤੁਹਾਨੂੰ ਫੂਡ ਚੇਨ ਜਿਹੜਾ ਆ ਉਹ ਪੁੱਛ ਸਕਦੇ ਆ ਕਿੰਨੇ ਤਰ੍ਹਾਂ ਦੀ ਫੂਡ ਚੇਨ ਆ। 2 ਤਰ੍ਹਾਂ ਦੀ ਹੁੰਦੀ ਆ, ਗ੍ਰੇਜ਼ਿੰਗ ਫੂਡ ਚੇਨ ਅਤੇ ਡਿਟਰਾਈਟਸ ਫੂਡ ਚੇਨ, ਠੀਕ ਹੈ। ਆਪਾਂ ਡਿਟੇਲ 'ਚ ਪੜ੍ਹਦੇ ਹਾਂ ਫੂਡ ਚੇਨ। ਹੁਣ ਫੂਡ ਚੇਨ ਜਿਹੜੀ ਹੈ ਬੇਟਾ, ਜਿਹੜੀ ਫੂਡ ਚੇਨ ਆ ਨਾਮ ਤੋਂ ਹੀ ਕਲੀਅਰ ਆ, ਫੂਡ ਐਂਡ ਚੇਨ ਮਤਲਬ 1 ਟ੍ਰੋਫਿਕ ਲੈਵਲ ਤੋਂ ਅਨਦਰ ਟ੍ਰੋਫਿਕ ਲੈਵਲ ਜਿਹੜਾ ਫੂਡ ਜਾਂ ਐਨਰਜੀ ਜਾਂ ਕੋਈ ਵੀ ਮੈਟਰ ਟ੍ਰਾਂਸਫਰ ਹੁੰਦਾ ਆ ਫਰੋਮ 1 ਟ੍ਰੋਫਿਕ ਲੈਵਲ ਟੂ ਅਨਦਰ, ਉਹਨੂੰ ਅਸੀਂ ਕਹਿੰਦੇ ਹਾਂ ਫੂਡ ਚੇਨ। ਤਾਂ ਇਹ ਜਿਹੜਾ ਫੂਡ ਚੇਨ ਆ, ਹੁਣ ਅਗਰ ਇੱਕ ਵੀ ਔਰਗੈਨਿਜ਼ਮ ਫੂਡ ਚੇਨ 'ਚੋਂ ਖ਼ਤਮ ਹੋ ਗਿਆ ਜਾਂ ਫਿਰ ਮਰ ਗਿਆ ਕਿਸੇ ਕਾਰਨ, ਤਾਂ
पूरी जिहड़ी फूड चेन है वो डिस्टर्बड हो जानी है, तो ऑटोमैटिकली जिहड़ी इकोलॉजिकल बैलेंस है वो भी डिस्टर्बड हो जाना। जे इकोलॉजिकल बैलेंस डिस्टर्बड होया इट मीनस इकोसिस्टम डिस्टर्ब हो जानी है, खतरे च आ जानी है। इकोसिस्टम नाल सारा कह लो कम्यूनिटीज़, पापूलेशन, प्लैनेट अर्थ जिहड़ा है वो खतरे च आ जाना है या डैमेज हो जाना है। सो जिहड़ा फर्स्ट ट्रॉफिक लैवल है अपना प्रोड्यूसर्स, उत्थों ही फूड चेन जिहड़ी है वो स्टार्ट हुंदी है। ते ट्रॉफिक लैवल 1 ਨੂੰ कौन खांदा है, 2 ट्रॉफिक लैवल 2, फिर इट मीनस जिहड़ा फूड आ या एनर्जी है वो ट्रांसफर हुई टू ट्रॉफिक लैवल 2, फिर 3, फिर 4 ते फिर 5th एंड सो ऑन। तो ये तो बार बार रैपीटेड चीज़ है, ये तुसीं +1 च भी पढ़ी होनी है, तो फाइनल च भी फाइनल तक इक्को ही गल पढ़ रहे हैं। ਉਹ ਇੱਥੇ ਅਸੀਂ ਕੰਸਨਟਰੇਟ ਨਹੀਂ ਕਰਨਾ। ਮੇਨ ਜਿਹੜਾ ਹੈਗਾ ਆ ਤੁਹਾਡੇ ਲਈ ਕੁਐਸਚਨ ਕਿ ਵਾਟ ਇਜ਼ ਦਾ ਡਿਫਰੈਂਸ ਬਿਟਵੀਨ ਗ੍ਰੇਜ਼ਿੰਗ ਫੂਡ ਚੇਨ। ਪਹਿਲਾਂ ਤਾਂ ਹਾਊ ਮੈਨੀ ਟਾਈਪਸ ਆਫ ਫੂਡ ਚੇਨਸ ਆਰ ਦੇਅਰ, ਤਾਂ 2 ਆ, ਗ੍ਰੇਜ਼ਿੰਗ ਐਂਡ ਡੈਟਰਾਈਟਸ। ਤਾਂ ਗ੍ਰੇਜ਼ਿੰਗ ਬੇਟਾ ਨਾਮ ਤੋਂ ਹੀ ਕਲੀਅਰ ਆ ਕਿ ਜਿਨ੍ਹਾਂ 'ਤੇ ਕਿਸੇ ਹੋਰ ਆਰਗੈਨਿਜ਼ਮ ਨੇ ਜਿਨ੍ਹਾਂ ਨੂੰ ਗ੍ਰੇਜ਼ ਕਰਨਾ ਆ, ਖਾਣਾ ਆ। ਤਾਂ ਮਤਲਬ ਇਹ ਜਿਹੜੀ ਫੂਡ ਚੇਨ ਆ ਸਿੰਪਲੀ ਇਟ ਸਟਾਰਟਸ ਫਰਮ ਪ੍ਰੋਡਿਊਸਰਸ। ਪ੍ਰੀਡੇਟਰ ਜਿਹੜੀ ਇੱਦਾਂ ਨਾਲੇ ਇਸ ਤਰ੍ਹਾਂ ਦੀ ਗ੍ਰੇਜ਼ਿੰਗ ਫੂਡ ਚੇਨ ਨੂੰ ਪ੍ਰੀਡੇਟਰ ਫੂਡ ਚੇਨ ਵੀ ਕਹਿੰਦੇ ਆ। ਪ੍ਰੀਡੇਟਰ ਮਤਲਬ ਕਿ ਆਪਾਂ ਕੈਪਚਰ ਕਰਨਾ ਆ, ਪ੍ਰੀਡੇਟ ਕਰਨਾ ਆ, ਖਾਣਾ ਆ। ਫੋਰ ਐਗਜ਼ਾਮਪਲ ਪਲਾਂਟਸ ਆ, ਹੁਣ ਪਲਾਂਟਸ ਨੂੰ ਗੋਟ ਨੇ ਖਾਣਾ ਆ, ਘਾਹ ਨੂੰ ਗੋਟ ਨੇ ਖਾ ਲਿਆ, ਮੰਨ ਲਓ ਰੈਬਿਟ ਨੇ ਖਾਧਾ, ਗ੍ਰਾਸ ਹੌਪਰ ਨੇ ਖਾਧਾ, ਸੋ ਅੰਤ ਜਿਹੜੇ ਪਲਾਂਟਸ ਆ ਉਹ ਉੱਥੋਂ ਗ੍ਰੇਜ਼ਿੰਗ ਫੂਡ ਚੇਨ ਜਿਹੜੀ ਆ ਸਟਾਰਟ ਹੋਣੀ ਆ ਅਤੇ ਖ਼ਤਮ ਕਿੱਥੇ ਜਾ ਕੇ ਹੋਣੀ ਆ, ਟੌਪ ਕਾਰਨੀਵੋਰਸ ਜਾਂ ਟਰਸ਼ਰੀ ਕਾਰਨੀਵੋਰਸ 'ਤੇ ਫੂਡ ਚੇਨ, ਗ੍ਰੇਜ਼ਿੰਗ ਫੂਡ ਚੇਨ ਜਿਹੜੀ ਆ ਉਹ ਖ਼ਤਮ ਹੋਣੀ ਆ ਜਾ ਕੇ। ਤਾਂ ਇਹਦੇ ਵਿੱਚ ਵੀ ਇਹਦੇ ਜਿਹੜੇ ਫੂਡ ਚੇਨ ਦੇ ਕੰਪੋਨੈਂਟਸ ਹੈਗੇ ਆ ਉਹ ਕਈ ਕੰਪੋਨੈਂਟਸ ਹੈਗੇ ਆ। ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈਗਾ ਆ ਕਿ ਗ੍ਰੀਨ ਪਲਾਂਟਸ ਜਿਹੜੇ ਆ ਪ੍ਰੋਡਿਊਸਰਸ, ਇਹਨਾਂ ਨੂੰ ਹਰਬੀਵੋਰਸ ਖਾਂਦੇ ਆ, ਫਿਰ ਉਹਨਾਂ ਨੂੰ ਸੈਕੰਡਰੀ ਕਾਰਨੀਵੋਰਸ ਖਾਂਦੇ ਆ, ਦੈਨ ਪ੍ਰਾਇਮਰੀ, ਸੈਕੰਡਰੀ, ਟਰਸ਼ਰੀ। ਬੇਟੇ ਹੁਣ ਇਹ ਜਿਹੜੇ ਵਰਡਸ ਆ ਨਾ ਇਹਨਾਂ ਦਾ ਧਿਆਨ ਰੱਖਣਾ। ਹੁਣ ਜਿਹੜੇ ਹਰਬੀਵੋਰਸ ਆ ਉਹਨਾਂ ਨੂੰ ਅਸੀਂ ਪ੍ਰਾਇਮਰੀ ਕੰਜ਼ਿਊਮਰਸ ਵੀ ਕਹਿੰਦੇ ਆ, ਜਿਹੜੇ ਪ੍ਰਾਇਮਰੀ ਕਾਰਨੀਵੋਰਸ ਆ ਉਹਨਾਂ ਨੂੰ ਸੈਕੰਡਰੀ ਕੰਜ਼ਿਊਮਰਸ ਕਹਿੰਦੇ ਆ, ਜਿਹੜੇ ਸੈਕੰਡਰੀ ਕਾਰਨੀਵੋਰਸ ਆ ਉਹਨਾਂ ਨੂੰ ਟਰਸ਼ਰੀ ਕੰਜ਼ਿਊਮਰਸ ਕਹਿੰਦੇ ਆ, ਜਿਹੜੇ ਟੌਪ ਕਾਰਨੀਵੋਰਸ ਆ ਉਹ ਟੌਪ ਹੀ ਆ, ਮਤਲਬ ਲਾਸਟ 'ਚ ਹੀ ਆਉਂਦੇ ਆ ਫੂਡ ਚੇਨ ਦੇ। ਸੋ ਮੈਂ ਰਿਪੀਟ ਕਰ ਦਿੰਦੀ ਹਾਂ ਕਿ ਪ੍ਰੋਡਿਊਸਰਸ ਤਾਂ ਸਾਰੇ ਗ੍ਰੀਨ ਪਲਾਂਟਸ ਹੈ, ਜਿਹੜੇ ਕੋਈ ਚੀਜ਼ ਪ੍ਰੋਡਿਊਸ ਕਰੂਗਾ ਦੇ ਆਰ ਪ੍ਰੋਡਿਊਸਰਸ। ਜ਼ਿਆਦਾਤਰ ਇਹ 'ਚ ਗ੍ਰੀਨ ਪਲਾਂਟਸ ਆਉਂਦੇ ਆ, ਤੁਹਾਨੂੰ ਪਤਾ ਹੀ ਆ। ਫਿਰ ਪ੍ਰੋਡਿਊਸਰਸ ਨੂੰ ਕੌਣ ਖਾਂਦਾ ਆ, ਜਾਂ ਤਾਂ ਹਰਬੀਵੋਰਸ ਖਾਂਦੇ ਆ। ਹਰਬੀਵੋਰਸ ਨੂੰ ਪ੍ਰਾਇਮਰੀ ਕੰਜ਼ਿਊਮਰਸ ਵੀ ਕਹਿੰਦੇ ਆ। ਪ੍ਰਾਇਮਰੀ ਕਿਉਂ ਕਹਿੰਦੇ ਆ, ਕਿਉਂਕਿ ਫਸਟ ਦੇ ਆਰ ਦਾ ਫਸਟ ਟੂ ਈਟ ਪ੍ਰੋਡਿਊਸਰਸ, ਇਸ ਕਰਕੇ ਇਹਨਾਂ ਨੂੰ ਪ੍ਰਾਇਮਰੀ ਕੰਜ਼ਿਊਮਰਸ, ਖਾਣ ਵਾਲੇ ਕੰਜ਼ਿਊਮਰ ਮੈਨੇ ਖਾਣ ਵਾਲੇ ਕਹਿ ਦਿੰਦੇ ਆ। ਇਹ 'ਚ ਯੂ ਪਲੈਂਕਟਨ, ਗ੍ਰਾਸ ਹੌਪਰ ਵਗੈਰਾ ਸਾਰੇ ਆਉਂਦੇ ਆ। ਫਿਰ ਹੈਗੇ ਆ ਪ੍ਰਾਇਮਰੀ ਕਾਰਨੀਵੋਰਸ, ਇਹਨਾਂ ਨੂੰ ਸੈਕੰਡਰੀ ਕੰਜ਼ਿਊਮਰਸ ਕਹਿੰਦੇ ਆ, ਟੋਡ, ਫਰੋਗ ਵਗੈਰਾ। ਸੈਕੰਡਰੀ ਕਿਉਂ, ਕਿਉਂਕਿ ਇਹ ਪ੍ਰਾਇਮਰੀ ਕੰਜ਼ਿਊਮਰਸ ਨੂੰ ਜਾਂ ਫਿਰ ਹਰਬੀਵੋਰਸ ਨੂੰ ਖਾਂਦੇ ਆ। ਦੈਨ ਸੈਕੰਡਰੀ ਕਾਰਨੀਵੋਰਸ ਮਤਲਬ ਟਰਸ਼ਰੀ ਕੰਜ਼ਿਊਮਰਸ। ਟਰਸ਼ਰੀ ਇਸ ਕਰਕੇ ਕਿਉਂਕਿ ਇਹ ਸੈਕੰਡਰੀ ਕੰਜ਼ਿਊਮਰਸ ਜਾਂ ਫਿਰ ਪ੍ਰਾਇਮਰੀ ਕਾਰਨੀਵੋਰਸ ਨੂੰ ਖਾਂਦੇ ਆ। ਕਨਫਿਊਜ਼ ਨਹੀਂ ਹੋਣਾ ਹੈਗਾ, ਠੀਕ ਹੈ। ਸੈਕੰਡਰੀ ਜਿਹੜੇ ਕਾਰਨੀਵੋਰਸ ਆ ਉਹਨਾਂ ਨੂੰ ਟਰਸ਼ਰੀ ਕੰਜ਼ਿਊਮਰਸ ਕਹਿੰਦੇ ਆ ਕਿਉਂਕਿ ਇਹ ਸੈਕੰਡਰੀ ਕੰਜ਼ਿਊਮਰਸ ਨੂੰ ਖਾਂਦੇ ਆ। ਟੌਪ ਕਾਰਨੀਵੋਰਸ ਲਾਇਨ, ਫਾਲਕਨ, ਕ੍ਰੋਕੋਡਾਈਲ ਵਗੈਰਾ ਜਿਹੜੇ ਫੂਡ ਚੇਨ 'ਚ ਸਭ ਤੋਂ ਉੱਪਰ ਹੈ, ਜਿਹੜੇ ਹਰ ਛੋਟੇ ਲਿਵਿੰਗ ਆਰਗੈਨਿਜ਼ਮ ਨੂੰ ਖਾ ਲੈਂਦੇ ਆ, ਉਹਨੂੰ ਅਸੀਂ ਕਹਿ ਦਿੰਦੇ ਹਾਂ ਟੌਪ ਕਾਰਨੀਵੋਰਸ। ਫਿਰ ਸਭ ਤੋਂ ਈਜ਼ੀ ਜਿਹੜੀ ਆ ਉਹ ਗ੍ਰੇਜ਼ਿੰਗ ਫੂਡ ਚੇਨ ਆ। ਇਹ ਮੈਂ ਦੱਸਣ ਦੀ ਲੋੜ ਨਹੀਂ ਹੈਗੀ, ਤੁਹਾਨੂੰ ਪਤਾ ਹੀ ਆ। ਗ੍ਰਾਸ, ਰੈਬਿਟ ਨੂੰ ਫੌਕਸ, ਫੌਕਸ ਨੂੰ ਵੋਲਫ ਖਾਂਦੀ ਆ, ਵੋਲਫ ਨੂੰ ਟਾਈਗਰ ਖਾਂਦਾ ਆ। ਦੈਨ ਅਗਰ ਵੈਜੀਟੇਸ਼ਨ ਮਤਲਬ ਘਾਹ ਹੋ ਗਿਆ, ਪੌਦੇ ਹੋ ਗਏ, ਸ਼ਰਬ ਹੋ ਗਿਆ, ਹੈ ਨਾ, ਛੋਟੇ ਛੋਟੇ
ਵਾਈਲਡ ਜਿਹੜੇ ਪਲਾਂਟਸ ਹੈਗੇ ਆ ਵੈਜੀਟੇਸ਼ਨ 'ਚ ਆ ਜਾਣੇ। ਇਹਨਾਂ ਨੂੰ ਮੋਸਕੀਟੋ ਨੂੰ ਡਰੈਗਨ ਫਲਾਈ, ਉਹਨੂੰ ਫਰੋਗ, ਸਨੇਕ, ਫੈਲਕਨ, ਇਸ ਤਰ੍ਹਾਂ ਸੋ ਔਨ ਬਹੁਤ ਸਾਰੀਆਂ ਫੂਡ ਚੇਨਸ ਆ ਤੁਹਾਨੂੰ ਆਉਂਦੀਆਂ ਆ, ਇਸ ਕਰਕੇ ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ। ਫਿਰ ਫਾਈਟੋ ਪਲੈਂਕਟਨਸ ਨੂੰ ਯੂ ਪਲੈਂਕਟਨਸ ਖਾਂਦੇ ਆ, ਯੂ ਪਲੈਂਕਟਨਸ ਨੂੰ ਕਰਸਟੇਸ਼ੀਅਨਸ ਨੂੰ ਸਮਾਲ ਫਿਸ਼, ਉਹਨਾਂ ਨੂੰ ਲਾਰਜ ਫਿਸ਼ ਨੂੰ ਸ਼ਾਰਕ, ਅਤੇ ਸੋ ਔਨ। ਇਹਦੇ ਨਾਲ ਇਕੁਏਟਿਕ ਫੂਡ ਚੇਨ ਜਿਹੜੀ ਆ ਉਹ ਖਤਮ ਹੋ ਗਈ ਹੈ। ਫਿਰ ਜਿਹੜੀ ਇੰਪੋਰਟੈਂਟ ਹੈਗੀ ਆ ਉਹ ਹੈਗਾ ਆ ਤੁਹਾਡਾ ਡੈਟਰਾਈਟਸ ਫੂਡ ਚੇਨ। ਡੈਟਰਾਈਟਸ ਫੂਡ ਚੇਨ ਬੇਟਾ ਜਿਹੜੀ ਆ ਇਹ ਵੀ ਇੰਪੋਰਟੈਂਟ ਹੈ, ਵੈਰੀ ਇੰਪੋਰਟੈਂਟ ਆ ਇਹ ਡੈਟਰਾਈਟਸ ਫੂਡ ਚੇਨ। ਨਾਮ ਤੋਂ ਹੀ ਕਲੀਅਰ ਹੈ, ਡੈਟਰਾ ਮਤਲਬ ਡੀਕੰਪੋਜ਼ਰਸ ਜਾਂ ਡੈਟਰਾਈਟਿਵੋਰਸ। ਸੋ ਜਿਹੜੀ ਫੂਡ ਚੇਨ ਡੈਡ ਆਰਗੈਨਿਕ ਮੈਟਰ ਜਾਂ ਡੈਡ ਪਾਰਟਸ, ਫਾਲਨ ਲੀਵਸ, ਡੈਡ ਬੋਡੀਜ਼ ਆਫ ਐਨੀਮਲਸ ਤੋਂ ਸਟਾਰਟ ਹੁੰਦੀ ਆ। ਹੁਣ ਡੈਡ ਆਰਗੈਨਿਕ ਮੈਟਰ ਜਿੱਦਾਂ ਪੱਤੀਆਂ ਗਿਰੀਆਂ ਹੁੰਦੀਆਂ ਆ, ਉਹਨਾਂ 'ਤੇ ਕੌਣ ਫੀਡ ਕਰਦਾ ਆ? ਮਾਈਕਰੋ ਆਰਗੈਨਿਜ਼ਮਸ, ਸਕਵੈਂਜਰਸ, ਡੈਟਰਾਈਟਿਵੋਰਸ, ਡੀਕੰਪੋਜ਼ਰਸ, ਹੈ ਨਾ, ਇਹ ਮਾਈਕਰੋ ਆਰਗੈਨਿਜ਼ਮਸ ਆ। ਹੁਣ ਇਹਨਾਂ ਦਾ ਵੀ ਤੁਸੀਂ ਯਾਦ ਰੱਖਣਾ ਆ, ਸਕਵੈਂਜਰਸ ਜਿਹੜੇ ਆ ਇਹ ਸਿੱਧੇ ਡੈਡ ਬੋਡੀਜ਼ ਨੂੰ ਖਾਂਦੇ ਆ, ਜਿਵੇਂ ਤੁਹਾਡਾ ਹੋ ਗਿਆ ਵਲਚਰ, ਇੱਲਾਂ, ਚੀਲ ਜਿਹਨੂੰ ਕਹਿੰਦੇ ਆ, ਹੈ ਨਾ। ਫਿਰ ਡੈਟਰਾਈਟਿਵੋਰਸ ਇਹ ਛੋਟੇ ਐਨੀਮਲਸ ਆ which directly feed on organic fragments and ingest large amount of vascular plants। ਮਤਲਬ ਛੋਟੇ ਐਨੀਮਲਸ ਜਿਹੜੇ ਪੌਦਿਆਂ ਨੂੰ ਖਾ ਲੈਂਦੇ ਆ ਸੱਚ, ਜਾਂ ਫਿਰ ਕਹਿ ਲਓ ਜਿਹੜੇ ਕੁਛ ਰਿਮੇਨਸ ਬਚੇ ਹੁੰਦੇ ਆ ਛੋਟੇ ਐਨੀਮਲਸ ਦੇ, ਹੋਰ ਛੋਟੇ ਇਨਸੈਕਟਸ ਵਗੈਰਾ ਦੇ ਰਿਮੇਨਸ ਨੂੰ ਜਿਹੜੇ ਖਾਂਦੇ ਆ, ਉਹ ਹੋ ਗਏ ਛੋਟੇ ਐਨੀਮਲਸ ਡੈਟਰਾਈਟਿਵੋਰਸ। ਐਗਜ਼ਾਮਪਲਸ ਟਰਮਾਈਟਸ, ਘੁਣ ਵਗੈਰਾ ਲੱਕੜੀ 'ਤੇ ਦੇਖਿਆ ਹੈ ਤੁਸੀਂ, ਹੈ ਨਾ, ਵਰਮਸ, ਜੂਆਂ ਤੁਹਾਡੇ ਖੂਨ ਪੀਂਦੀਆਂ ਜਿਹੜੀਆਂ, ਹੈ ਨਾ, ਇੱਦਾਂ ਦੇ ਜਿਹੜੇ ਇਹ ਹੋ ਗਏ ਡੈਟਰਾਈਟਿਵੋਰਸ। ਫਿਰ ਆ ਜਾਂਦੇ ਆ ਜਿਹੜੇ ਇਹਨਾਂ ਵਿੱਚ ਡੀਕੰਪੋਜ਼ਰਸ, ਬੈਕਟੀਰੀਆ ਵਗੈਰਾ, ਫੰਜਾਈ ਜਿਹੜੇ ਕਿ ਡੈਡ ਆਰਗੈਨਿਕ ਪਲਾਂਟਸ ਔਰ ਐਨੀਮਲਸ ਜਿਹੜੇ ਥੱਲੇ ਡਿੱਗੇ ਹੁੰਦੇ ਆ, ਮਰੇ ਹੁੰਦੇ ਆ, ਉਹਨਾਂ ਦੀ ਬਾਡੀ 'ਤੇ ਫੀਡ ਕਰਦੇ ਆ, ਉਹਨਾਂ ਨੂੰ ਡੀਕੰਪੋਜ਼ ਕਰਕੇ ਮਿੱਟੀ 'ਚ ਮਿਲਾ ਦਿੰਦੇ ਆ, ਜਿਹਦੇ ਨਾਲ ਕਿ ਨਿਊਟ੍ਰੀਐਂਟ ਸਾਈਕਲਿੰਗ ਵੀ ਚੱਲਦੀ ਆ। ਇਹਨਾਂ ਨੂੰ ਅਸੀਂ ਕਹਿ ਦਿੰਦੇ ਆ ਡੀਕੰਪੋਜ਼ਰਸ, ਠੀਕ ਹੈ। ਹੁਣ ਜਾਂ ਫਿਰ ਡੀਕੰਪੋਜ਼ਰਸ ਜਿਹੜੇ ਆ ਇਹਨਾਂ ਨੂੰ ਕੌਣ ਖਾਂਦਾ ਆ? ਇਹਨਾਂ ਨੂੰ ਵੀ ਕੁਝ ਛੋਟੇ ਐਨੀਮਲਸ ਖਾਂਦੇ ਆ, ਜਿਵੇਂ ਕਿ ਪ੍ਰੋਟੋਜ਼ੋਨਸ ਹੋ ਗਏ। ਤਾਂ ਇਸ ਤਰ੍ਹਾਂ ਬੇਟਾ ਅੱਗੇ ਤੋਂ ਅੱਗੇ ਫੂਡ ਚੇਨ ਜਿਹੜੀ ਆ ਈਟਨ ਐਂਡ ਰੀਈਟਨ ਪ੍ਰੋਸੈਸ ਜਿਹੜਾ ਚੱਲਦਾ ਰਹਿੰਦਾ, ਉਹਨੂੰ ਅਸੀਂ ਕਹਿੰਦੇ ਆ ਫੂਡ ਚੇਨ, ਹੈ ਨਾ। ਵਨ ਐਨੀਮਲ ਇਜ਼ ਦਾ ਫੂਡ ਆਫ ਅਨਦਰ ਐਨੀਮਲ। ਉਸ ਐਨੀਮਲ ਨੂੰ ਕਿਸੇ ਤੀਸਰੇ ਐਨੀਮਲ ਨੇ ਖਾ ਲੈਣਾ, ਤੀਸਰੇ ਐਨੀਮਲ ਨੂੰ ਕਿਸੇ ਹੋਰ ਵੱਡੇ ਐਨੀਮਲ ਨੇ ਖਾ ਲੈਣਾ। ਸੋ ਈਟਨ ਐਂਡ ਬੀਇੰਗ ਈਟਨ ਜਾਂ ਰੀਈਟਨ, ਇਹ ਜਿਹੜਾ ਪ੍ਰੋਸੈਸ ਹੈ ਦਿਸ ਇਜ਼ ਕਾਲਡ ਐਜ਼ ਫੂਡ ਚੇਨ। ਤਾਂ ਆ ਜਿਹੜੀ ਐਗਜ਼ਾਮਪਲ ਹੈ ਡੈਟਰਾਈਟਸ ਟੈਰੈਸਟਰੀਅਲ ਸਿਸਟਮ ਤੇ ਡੈਟਰਾਈਟਸ ਫੂਡ ਚੇਨ ਦਾ ਡਾਇਗਰਾਮ ਹੈ। ਡੈਟਰਾਈਟਸ ਨੂੰ ਅਰਥਵਰਮ, ਦੈਨ ਅਰਥਵਰਮ ਨੂੰ ਸਪੈਰੋ ਖਾਂਦੀ ਹੈ, ਸਪੈਰੋ ਨੂੰ ਫੈਲਕਨ ਖਾਂਦਾ ਆ। ਹੁਣ ਫੂਡ ਵੈਬ ਕੀ ਆ? ਫੂਡ ਵੈਬ ਬੇਟਾ ਇੰਟਰਕਨੈਕਟਿਡ ਫੂਡ ਚੇਨਸ ਜਾਂ ਨੈਟਵਰਕ ਆਫ ਫੂਡ ਚੇਨ, ਉਹਨੂੰ ਅਸੀਂ ਕਹਿ ਦਿੰਦੇ ਹਾਂ ਫੂਡ ਵੈਬ। ਇਹ ਤੁਹਾਨੂੰ ਬਹੁਤ ਅੱਛੇ ਤਰੀਕੇ ਨਾਲ ਪਤਾ ਆ, ਹੈ ਨਾ। ਇੱਕ ਐਨੀਮਲ ਨੂੰ ਜਦੋਂ ਪਲਾਂਟਸ ਨੂੰ ਬਹੁਤ ਸਾਰੇ ਐਨੀਮਲਸ ਖਾ ਸਕਦੇ ਆ ਅਲੱਗ ਤਰੀਕੇ ਨਾਲ, ਰੈਬਿਟ ਹੋ ਗਿਆ, ਗੋਟ ਹੋ ਗਈ, ਦੈਨ ਜਿਹੜੇ ਗਾਂ ਹੋ ਗਈ, ਬਾਫਲੋ ਹੋ ਗਈ। ਤਾਂ ਇਹਨਾਂ ਨੂੰ ਫਿਰ ਅੱਗੇ ਹੋਰ ਕੋਈ ਐਨੀਮਲ, ਉਹਨਾਂ ਨੂੰ ਹੋਰ ਕੋਈ ਇੱਦਾਂ ਮਤਲਬ ਨੈਟਵਰਕ ਬਣ ਜਾਵੇ ਫੂਡ ਚੇਨ ਦਾ, ਤਾਂ ਉਹਨੂੰ ਅਸੀਂ ਕਹਿ ਦਿੰਦੇ ਹਾਂ ਫੂਡ ਵੈਬ। ਹੁਣ ਫੂਡ ਚੇਨ ਜਿਹੜੀ ਆ ਸਿੰਪਲ ਹੁੰਦੀ ਆ, ਫੂਡ ਵੈਬ ਜਿਹੜਾ ਆ ਉਹ ਕੰਪਲੈਕਸ ਹੁੰਦਾ ਆ, ਠੀਕ ਹੈ। ਇਹਦੇ ਵਿੱਚ ਤੁਹਾਨੂੰ ਕਲੀਅਰ ਕੱਟ ਆਹ ਫੂਡ ਵੈਬ ਜਿਹੜਾ ਉਹ ਦਿਖਦਾ, ਨੀਚੇ ਡਾਇਗਰਾਮ ਹੈਗਾ ਆ ਫੂਡ ਵੈਬ ਦਾ। ਆ ਦੇਖੋ ਕਿ ਪਲਾਂਟਸ ਆ, ਪ੍ਰੋਡਿਊਸਰਸ ਨੂੰ ਡੀਅਰ ਖਾ ਸਕਦਾ ਆ, ਡੀਅਰ ਨੂੰ ਫਿਰ ਜੈਕਲ ਨੂੰ ਲਾਇਨ,
ਉਧਰੋਂ ਗ੍ਰਾਸ ਨੂੰ ਰੈਬਿਟ ਨੇ ਖਾ ਲਿਆ, ਰੈਬਿਟ ਨੂੰ ਜੈਕਲ ਵੀ ਖਾ ਸਕਦਾ, ਲਾਇਨ ਵੀ ਖਾ ਸਕਦਾ ਆ, ਕੈਟ ਵੀ ਖਾ ਸਕਦੀ ਆ। ਤੇ ਪ੍ਰੋਡਿਊਸਰਸ ਨੂੰ ਮਾਊਸ, ਮਾਊਸ ਨੂੰ ਆਊਲ, ਮਾਊਸ ਨੂੰ ਵਾਈਲਡ ਕੈਟ, ਤੇ ਮਾਊਸ ਨੂੰ ਸਨੇਕ ਵੀ ਖਾ ਸਕਦਾ, ਸਨੇਕ ਨੂੰ ਕਾਈਟ ਖਾ ਸਕਦਾ ਹੈ, ਨੇਬਲਾ ਖਾ ਸਕਦਾ ਹੈ ਨਾ। ਇਹ ਸਾਰੀ ਫੂਡ ਵੈਬ ਹੈ। ਤੇ ਇਸ ਨੈਕਸਟ ਜਿਹੜਾ ਫੂਡ ਵੈਬ ਹੈਗਾ ਆ, ਫੂਡ ਵੈਬ ਹੁਣ ਕਈ ਤਰ੍ਹਾਂ ਦਾ ਹੁੰਦਾ ਆ। ਫੂਡ ਵੈਬ ਇਨ ਗ੍ਰਾਸਲੈਂਡ ਈਕੋਸਿਸਟਮ, ਤਾਂ ਬੇਟਾ ਕਲੀਅਰ ਆ, ਤੁਸੀਂ ਗ੍ਰਾਸਲੈਂਡ ਵਾਲੀ ਜ਼ਰੂਰ ਯਾਦ ਰੱਖਣੀ ਆ। ਆਹ ਵਾਲੀ ਉੱਪਰ ਵਾਲੀ ਗ੍ਰਾਸਲੈਂਡ ਵਾਲੀ ਆ, ਤੇ ਨੀਚੇ ਵਾਲੀ ਜਿਹੜੀ ਆ ਇਹ ਇਕੁਐਟਿਕ ਈਕੋਸਿਸਟਮ ਦੀ ਆ, ਹੈ ਨਾ। ਪੌਂਡ ਦੇ ਵਿੱਚ ਕਿਵੇਂ ਫੂਡ ਵੈਬ ਜਿਹੜੀ ਆ ਉਹ ਕੰਮ ਕਰਦੀ ਆ। ਤਾਂ ਵੈਸੇ ਤੁਹਾਡੇ ਲੈਵਲ ਨਾਲ ਇਹ ਵਾਲਾ ਜਿਹੜਾ ਟੌਪਿਕ ਸੀਗਾ ਬਹੁਤ ਹੀ ਈਜ਼ੀ ਆ। ਬੁੱਕਸ 'ਚੋਂ ਪੜ੍ਹ ਲਿਓ, ਇਹ 'ਚੋਂ ਪੜ੍ਹ ਲਿਓ, ਜਿੱਥੋਂ ਮਰਜ਼ੀ ਪੜ੍ਹ ਲਿਓ। ਅਤੇ ਇਹਦੇ ਵਿੱਚ ਹੁਣ ਤੁਹਾਡਾ ਨੈਕਸਟ ਐਨਰਜੀ ਫਲੋ, ਬਾਇਓ ਕੈਮੀਕਲ ਸਾਈਕਲ ਬਚਿਆ ਆ। ਇਸ ਤੋਂ ਬਾਅਦ 'ਚ ਇਹ ਟੌਪਿਕ ਜਿਹੜਾ ਆ ख़त्म हो जाना। तो फटाफट आप इकोलॉजी ख़त्म करके ये वाला चैप्टर ख़त्म करके नैक्सट बुक का चैप्टर स्टार्ट करांगे। ओके बेटा, गुड बाय, कीप रिवाइजिंग।